ਹਾਂਜੀ, ਐਜੂਕੇਸ਼ਨ ਦੇ ਗਿਆਨ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਵਿਸ਼ਾ ਗਾ ਉਹ ਹੈ ਭਾਈ ਵੀਰ ਸਿੰਘ ਨਾਲ ਸੰਬੰਧਿਤ, ਜਿਹੜੇ ਕਿ ਆਧੁਨਿਕ ਕਵਿਤਾ ਦੇ ਮੋਢੀ ਹੋਏ ਨੇ। ਇਸ ਤੋਂ ਬਿਨਾਂ ਭਾਈ ਵੀਰ ਸਿੰਘ ਤੋਂ ਪਹਿਲਾਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਧੁਨਿਕ ਕਵਿਤਾ ਦਾ ਜਿਹੜਾ ਆਰੰਭ ਆ ਉਹ ਕਿਸ ਤੋਂ ਹੁੰਦਾ ਗਾ। ਕੀ ਇਹਦੇ ਵਿੱਚ ਸਟੇਜੀ ਕਵਿਤਾ ਵੀ ਹੋਣ ਦੇ ਵਿੱਚ ਆਈ? ਠੀਕ ਆ, ਥੋੜ੍ਹੀ ਜਿਹੀ ਜਾਣਕਾਰੀ ਆਪਾਂ ਆਧੁਨਿਕ ਪੰਜਾਬੀ ਕਵਿਤਾ ਦੇ ਆਰੰਭ ਬਾਰੇ ਕਰਾਂਗੇ ਅਤੇ ਉਸ ਤੋਂ ਬਾਅਦ ਆਪਾਂ ਭਾਈ ਵੀਰ ਸਿੰਘ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ ਉਹ ਕਰਾਂਗੇ। ਹਾਂਜੀ, ਆਧੁਨਿਕ ਪੰਜਾਬੀ ਕਵਿਤਾ। ਆਧੁਨਿਕ ਪੰਜਾਬੀ ਕਵਿਤਾ ਦਾ ਜਿਹੜਾ ਮੁੱਢ ਆ ਉਹ ਵੱਜਦਾ ਗਾ ਭਾਈ ਵੀਰ ਸਿੰਘ ਦੀ ਕਵਿਤਾ ਦੇ ਨਾਲ। ਕਿਹੜੀ ਸਦੀ ਦੇ ਵਿੱਚ? 20ਵੀਂ ਸਦੀ ਦੇ ਵਿੱਚ। 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਮਸ਼ੀਨੀਕਰਨ ਹੋਣ ਨਾਲ ਰੱਬ ਅਤੇ ਪ੍ਰਕਿਰਤੀ ਸੰਬੰਧੀ ਮਨੁੱਖ ਦੇ ਵਿਚਾਰਾਂ ਦੇ ਵਿੱਚ ਪਰਿਵਰਤਨ ਆਇਆ ਸੀ। ਠੀਕ ਆ ਵੀ, ਇਹ 19ਵੀਂ ਸਦੀ ਦੇ ਪਿਛਲੇ ਅੱਧ ਦੇ ਵਿੱਚ 1850 ਤੋਂ 1900 ਦੇ ਵਿੱਚ ਜਦੋਂ ਇਹ ਮਨੁੱਖ ਦੇ ਵਿਚਾਰਾਂ ਦੇ ਵਿੱਚ ਪਰਿਵਰਤਨ ਆਉਣ ਲੱਗਿਆ ਤਾਂ ਕੀ ਆ, ਕਵਿਤਾ ਹੋਂਦ ਦੇ ਵਿੱਚ ਆਉਣੀ ਸ਼ੁਰੂ ਹੋਈ। ਇਹਦੇ ਵਿੱਚ ਡਾਰਵਿਨ ਦਾ ਵਿਕਾਸਵਾਦੀ ਸਿਧਾਂਤ, ਸਿਗਮੰਡ ਫਰਾਇਡ ਦਾ ਮਨੋਵਿਗਿਆਨਕ ਸਿਧਾਂਤ, ਕਾਰਲ ਮਾਰਕਸ ਦਾ ਦਵੰਦਾਤਮਕ ਭੌਤਿਕਵਾਦੀ ਫਲਸਫੇ ਦਾ ਸਿਧਾਂਤ, ਜਾਨ ਪਾਲ ਸਾਰਤਰ ਦਾ ਅਸਤਿਤਵਵਾਦੀ ਫਲਸਫੇ ਦਾ ਸਿਧਾਂਤ, ਜਿਹੜੇ ਇਹ ਸਿਧਾਂਤ ਸੀ ਇਹ ਪੱਛਮ ਦੀ ਦੇਣ ਨੇ ਅਤੇ ਇਹਨਾਂ ਸਿਧਾਂਤਾਂ ਤੋਂ ਇਹਨਾਂ ਨੇ ਵਿਸ਼ਵ ਸਾਹਿਤ ਨੂੰ ਨਵੀਂ ਦਿਸ਼ਾ ਦਿੱਤੀ ਸੀ। ਅੰਗਰੇਜ਼ ਭਾਰਤ ਦੇ ਵਿੱਚ 1849 ਦੇ ਵਿੱਚ ਆਉਂਦੇ ਨੇ ਅਤੇ ਪੰਜਾਬ ਦੇ ਵਿੱਚ, ਠੀਕ ਆ ਵੀ, ਨਵੀਂ ਜੀਵਨ ਜਾਂਚ ਅਤੇ ਲੋਕਵਾਦੀ ਦ੍ਰਿਸ਼ਟੀਕੋਣ ਨੂੰ ਇਹ ਅਪਣਾਉਂਦੇ ਨੇ। ਈਸਾਈ ਮਸ਼ੀਨਰੀਆਂ ਦੀਆਂ ਗਤੀਵਿਧੀਆਂ ਦੇ ਕਾਰਨ ਇਹ ਨਵੀਂ ਕਿਸਮ ਦੀ ਜੀਵਨ ਜਾਂਚ ਸਾਹਿਤ ਰਸਤੇ ਸਾਡੇ ਤੱਕ ਪਹੁੰਚੀ। ਲੋਕਵਾਦੀ ਦ੍ਰਿਸ਼ਟੀਕੋਣ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਸੰਬੰਧਿਤ, ਸਮਾਜਿਕ, ਆਰਥਿਕ, ਰਾਜਨੀਤਿਕ ਸਮੱਸਿਆਵਾਂ ਦੇ ਨਾਲ ਸੰਬੰਧਿਤ ਦ੍ਰਿਸ਼ਟੀਕੋਣ ਅਪਣਾਉਣੇ ਸ਼ੁਰੂ ਹੋ ਗਏ। ਕਵਿਤਾ ਪਹਿਲਾਂ ਰੂਪਾਤਮਕ ਪੱਧਰ 'ਤੇ ਅਤੇ ਫਿਰ ਵਿਸ਼ੇ ਪੱਧਰ 'ਤੇ, ਪਹਿਲਾਂ ਰੂਪ ਦੇ ਪੱਖ ਤੋਂ ਪ੍ਰਭਾਵਿਤ ਹੋਈ, ਫਿਰ ਵਿਸ਼ੇ ਪੱਖ ਤੋਂ ਪ੍ਰਭਾਵਿਤ ਹੋਈ। ਹਾਂਜੀ, ਰਹੱਸਵਾਦ ਦਾ ਜਿਹੜਾ ਮੁੱਢ ਹੈਗਾ ਉਹ ਵੱਜਦਾ ਗਾ ਭਾਈ ਵੀਰ ਸਿੰਘ ਤੋਂ। ਪੰਜਾਬੀ ਕਵਿਤਾ ਦੇ ਕਹਿੰਦੇ 3 ਕਾਲ ਨੇ, ਯਾਦ ਰੱਖਣਾ 3 ਕਾਲ। ਪਹਿਲਾ ਗਾ ਆਦਿ ਕਾਲ, ਜਿਹਦੇ ਵਿੱਚ ਰੱਬ ਕੇਂਦਰਿਤ ਧਾਰਮਿਕ ਪ੍ਰਵਿਰਤੀ, ਆਤਮਾ ਅਤੇ ਪਰਮਾਤਮਾ ਦੀ ਗੱਲ ਦਾ ਜ਼ਿਕਰ ਹੁੰਦਾ ਸੀ। ਮੱਧ ਕਾਲ ਦੇ ਵਿੱਚ ਕਿੱਸਾ, ਜੰਗਨਾਮਾ, ਵਾਰ, ਇਹ ਕੀ ਆ, ਸਮੂਹਿਕ ਭਾਵਾਂ ਦੀ ਇਹਨਾਂ ਦੇ ਵਿੱਚ ਪੇਸ਼ਕਾਰੀ ਹੁੰਦੀ ਹੈ। ਅਤੇ ਜਿਹੜਾ ਆਧੁਨਿਕ ਕਾਲ ਆ ਇਹ 20ਵੀਂ ਸਦੀ ਦੇ ਆਰੰਭ ਦੇ ਵਿੱਚ ਹੋਂਦ ਦੇ ਵਿੱਚ ਆਉਂਦਾ ਗਾ। 1850 ਤੱਕ ਕਿੱਸਾ ਕਾਵਿ ਸਿਖਰ 'ਤੇ ਸੀ। 1850 ਤੋਂ 1900 ਦੇ ਵਿੱਚ ਇਹ ਅਦੋਗਤੀ ਦਾ ਸਮਾਂ ਆ ਜਾਂਦਾ ਹੈ। ਕਾਹਦਾ? ਕਿੱਸਾ ਕਾਵਿ ਦਾ। ਫਿਰ ਕੀ ਆ, ਸਟੇਜੀ ਕਵਿਤਾ ਦਾ ਆਰੰਭ ਹੁੰਦਾ ਗਾ। ਸਟੇਜੀ ਕਵਿਤਾ ਗੀ ਜਿਹੜੀ 1872-73 ਦੇ ਵਿੱਚ ਆਉਂਦੀ ਆ। ਠੀਕ ਹੈ, ਇਹਦੇ ਵਿਸ਼ੇ ਕੀ ਸੀ, ਕਿਉਂ ਪ੍ਰਭਾਵਿਤ ਹੋਈ? ਇਹ ਪੱਛਮ ਤੋਂ ਪ੍ਰਭਾਵਿਤ ਹੋਈ ਸੀ ਕਿਉਂਕਿ ਰੱਬ ਦੀ ਥਾਂ ਵਿਅਕਤੀਗਤ ਭਾਵਾਂ ਦੀ ਇਹਦੇ ਵਿੱਚ ਪੇਸ਼ਕਾਰੀ ਸੀ। ਸਮਾਜਿਕ ਸੁਧਾਰ ਦੀ ਗੱਲ ਕੀਤੀ ਜਾਂਦੀ ਸੀ। ਗੱਲ ਕਾਹਦੇ ਨਾਲ ਕੀਤੀ ਜਾਂਦੀ ਸੀ? ਤਰਕ ਦੀ ਗੱਲ ਹੋਣੀ ਸ਼ੁਰੂ ਹੋਈ ਸੀ। ਸਮਾਜਿਕ ਪ੍ਰਵਿਰਤੀਆਂ, ਕਵਿਤਾ, ਕਹਾਣੀ, ਨਾਟਕ, ਨਾਵਲ, ਆਲੋਚਨਾ ਪੱਛਮ ਦੇ ਪ੍ਰਭਾਵ ਕਾਰਨ ਆਏ ਨਵੇਂ ਸਾਹਿਤ ਰੂਪ ਹਨ। ਠੀਕ ਆ ਵੀ, ਫਿਰ ਸਟੇਜੀ ਕਵਿਤਾ ਦੇ ਵਿੱਚ ਇਹ ਸਾਰੇ ਸਟੇਜੀ ਜਿਹੜੀ ਕਿ ਸਟੇਜ 'ਤੇ ਪੜ੍ਹੀ ਜਾਂਦੀ ਸੀ ਤੁਰਤ। ਹਾਂਜੀ, ਹੁਣ ਆਪਾਂ ਕਰਾਂਗੇ ਭਾਈ ਵੀਰ ਸਿੰਘ ਨਾਲ ਸੰਬੰਧਿਤ ਪ੍ਰਸ਼ਨ। ਆਧੁਨਿਕ ਕਵਿਤਾ ਦਾ ਮੁੱਢ ਨਿੱਕੀ ਕਵਿਤਾ ਤੋਂ ਵੱਜਦਾ ਗਾ। ਆਧੁਨਿਕ ਕਵਿਤਾ ਦਾ ਆਰੰਭ 20ਵੀਂ ਸਦੀ ਦੇ ਵਿੱਚ ਹੁੰਦਾ ਗਾ। ਕਿਹਦੀ ਕਵਿਤਾ ਦੇ ਨਾਲ? ਭਾਈ ਵੀਰ ਸਿੰਘ ਦੀ ਕਵਿਤਾ ਦੇ ਨਾਲ। ਭਾਈ ਵੀਰ ਸਿੰਘ ਨੂੰ ਮਾਣ ਪ੍ਰਾਪਤ ਹੋਇਆ ਗਾ। ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਹੋਣ ਦਾ ਮਾਣ ਪ੍ਰਾਪਤ ਹੋਇਆ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਨੂੰ ਕਿਹਾ ਜਾਂਦਾ ਗਾ? ਭਾਈ ਵੀਰ ਸਿੰਘ ਨੂੰ। ਭਾਈ ਵੀਰ ਸਿੰਘ ਦਾ ਜਨਮ ਹੋਇਆ ਸੀ 5 ਦਸੰਬਰ 1872 ਨੂੰ ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ। ਦਾਦਾ ਜੀ ਦਾ ਨਾਮ ਸੀ ਬਾਬਾ ਕਾਹਨ ਸਿੰਘ
ਤੇ ਨਾਨਾ ਜੀ ਦਾ ਨਾਮ ਸੀ ਗਿਆਨੀ ਹਜ਼ਾਰਾ ਸਿੰਘ, ਉੱਚ ਕੋਟੀ ਦੇ ਸੰਤ ਪੁਰਸ਼ ਸਨ। ਭਾਈ ਵੀਰ ਸਿੰਘ ਨੇ ਮੌਲਵੀ ਤੇ ਪਾਂਧੇ ਕੋਲੋਂ ਕਿਹੜੀਆਂ ਭਾਰਤੀ ਭਾਸ਼ਾਵਾਂ ਸਿੱਖੀਆਂ ਸੀ? ਸਮੈਟਿਕ, ਭਾਰਤੀ ਸੈਮੈਟਿਕ ਭਾਸ਼ਾਵਾਂ। ਚੀਫ ਖਾਲਸਾ ਦੀਵਾਨ ਤੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਦੇ ਕਾਰਨ ਇਹਨਾਂ ਨੇ ਉਹਨਾਂ ਦੇ ਆਦਰਸ਼ਾਂ ਨੂੰ ਆਪਣਾ ਟੀਚਾ ਬਣਾਇਆ ਸੀ, ਭਾਈ ਵੀਰ ਸਿੰਘ ਨੇ। ਹਾਂਜੀ, ਅੱਗੇ ਰਚਨਾ ਦਾ ਪ੍ਰੇਰਨਾ ਸਰੋਤ ਸਿੰਘ ਸਭਾ ਲਹਿਰ ਬਣੀ ਸੀ। ਵਜ਼ੀਰ ਹਿੰਦ ਪ੍ਰੈਸ ਲਗਾ ਕੇ ਖਾਲਸਾ ਸਮਾਚਾਰ ਪੱਤਰ ਕੱਢਣਾ ਸ਼ੁਰੂ ਕੀਤਾ। ਕਿਹੜਾ ਪੱਤਰ ਕੱਢਣਾ ਸ਼ੁਰੂ ਕੀਤਾ ਸੀਗਾ ਭਾਈ ਵੀਰ ਸਿੰਘ ਨੇ? ਖਾਲਸਾ ਸਮਾਚਾਰ। ਕਿਹੜੀ ਪ੍ਰੈਸ ਲਗਾਈ ਸੀ? ਵਜ਼ੀਰ ਹਿੰਦ ਪ੍ਰੈਸ। ਪੁੱਛਿਆ ਜਾ ਸਕਦਾ ਕੁਐਸਚਨ। ਅਗਲਾ ਗਾ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ। ਕਿਹੜੀ ਸੁਸਾਇਟੀ ਦੀ ਸਥਾਪਨਾ ਕੀਤੀ ਸੀ? ਖਾਲਸਾ ਟਰੈਕਟ ਸੁਸਾਇਟੀ। ਭਾਈ ਵੀਰ ਸਿੰਘ ਦੀ ਪ੍ਰਥਮ ਕਾਵਿ ਰਚਨਾ ਜਿਹੜੀ ਸੀ ਉਹ ਸੁਧਾਰਵਾਦੀ ਰੰਗਤ ਵਾਲੀ ਸੀ। ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਕਵਿਤਾ ਸੀ ਨਨਾਣ ਭਰਜਾਈ 1899 ਦੇ ਵਿੱਚ ਪਰੰਪਰਾਗਤ ਰੰਗਤ ਵਾਲੀ ਬੈਂਤ ਛੰਦ ਦੇ ਵਿੱਚ ਲਿਖੀ ਗਈ ਸੀ। ਪੁੱਛਿਆ ਜਾ ਸਕਦਾ ਇਹ ਕੁਐਸਚਨ। ਇਸ ਤੋਂ ਬਿਨਾਂ ਰਾਣਾ ਸੂਰਤ ਸਿੰਘ ਮਹਾਕਾਵ 1904 ਦੇ ਵਿੱਚ। ਖਾਲਸਾ ਸਮਾਚਾਰ ਦੇ ਵਿੱਚ ਇਹਨਾਂ ਦੀਆਂ 329 ਕਵਿਤਾਵਾਂ ਨੇ। ਕਈ ਵਾਰ ਕਵਿਤਾਵਾਂ ਪੁੱਛ ਲਈਆਂ ਜਾਂਦੀਆਂ ਨੇ, ਜੋ ਕਿ ਆਪ ਜੀ ਦੇ ਦੇਹਾਂਤ ਉਪਰੰਤ ਪ੍ਰਕਾਸ਼ਿਤ ਹੋਈਆਂ ਸਨ। ਭਾਈ ਵੀਰ ਸਿੰਘ ਦੀ ਕਿਹੜੀ ਰਚਨਾ ਉਹਨਾਂ ਦੇ ਦੇਹਾਂਤ ਉਪਰੰਤ ਪ੍ਰਕਾਸ਼ਿਤ ਹੋਈ ਸੀ? ਖਾਲਸਾ ਸਮਾਚਾਰ ਦੇ ਵਿੱਚ 329 ਕਵਿਤਾਵਾਂ। ਇਸ ਤੋਂ ਬਿਨਾਂ ਲਹਿਰਾਂ ਦੇ ਹਾਰ 1921, ਮਟਕ ਹਲਾਰੇ 1922, ਬਿਜਲੀਆਂ ਦੇ ਹਾਰ 1929, ਪ੍ਰੀਤ ਬੀਨਾ 1929, ਕੰਬਦੀ ਕਲਾਈ 1933, ਲਹਿਰ ਹੁਲਾਰੇ 1951, ਬਾਰਾਂਮਾਹ ਕੰਤ ਸਹੇਲੀ 1952, ਮੇਰੇ ਸਾਈਆਂ ਜੀਓ 1953, ਜਿਸ 'ਤੇ ਕਿ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੀ। ਹਾਂਜੀ, ਅੱਗੇ ਆ ਜਿਹੜਾ ਆਪਣਾ ਪ੍ਰਸ਼ਨ ਨੇ ਕਵਿਤਾ, ਨਿੱਕੀ, ਕਹਾਣੀ, ਰਵਈ ਤੇ ਨਾਵਲ ਇਹ ਆਧੁਨਿਕ ਸਾਹਿਤ ਰੂਪ ਨੇ ਤੇ ਇਹਨਾਂ ਦੇ ਨਾਲ ਆਧੁਨਿਕਤਾ ਦਾ ਮੁੱਢ ਬੰਨਿਆ ਸੀ ਕਿਸ ਨੇ? ਭਾਈ ਵੀਰ ਸਿੰਘ ਨੇ। ਭਾਈ ਵੀਰ ਸਿੰਘ ਨਾਲ ਰਹੱਸਵਾਦ ਦਾ ਮੁੱਢ ਵੱਜਦਾ ਗਾ। ਨਵ ਰਹੱਸਵਾਦ ਦੀ ਪ੍ਰਵਿਰਤੀ ਦੀ ਅਗਵਾਈ ਕੌਣ ਕਰਦਾ ਗਾ? ਭਾਈ ਵੀਰ ਸਿੰਘ। ਕਿਹੜੀਆਂ ਕਵਿਤਾਵਾਂ ਲਿਖ ਕੇ? ਛੋਟੀਆਂ ਕਵਿਤਾਵਾਂ ਲਿਖ ਕੇ। ਭਾਈ ਵੀਰ ਸਿੰਘ ਦੀਆਂ ਕਈ ਕਵਿਤਾਵਾਂ ਸਿਰਫ 2-2 ਸਤਰਾਂ ਦੀਆਂ ਹਨ। ਠੀਕ ਆ ਵੀ। ਤੇ ਜਿਹੜਾ ਉਹਨਾਂ ਦਾ ਨਾਵਲ ਸੀ ਸੁੰਦਰੀ। ਇਸ ਤੋਂ ਬਿਨਾਂ ਰਵਈ ਵੀ ਲਿਖੀਆਂ ਉਹਨਾਂ ਨੇ, ਨਿੱਕੀ ਕਹਾਣੀ ਵੀ ਲਿਖੀ ਆ, ਪਰ ਪ੍ਰਸਿੱਧੀ ਇਸ ਦੇ ਵਿੱਚ ਪ੍ਰਾਪਤ ਹੋਈ ਆ ਉਹਨਾਂ ਨੂੰ ਕਵਿਤਾਵਾਂ ਲਿਖਣ ਦੇ ਕਰਕੇ। ਉਹ ਵੀ ਛੋਟੀਆਂ ਕਵਿਤਾਵਾਂ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ। ਭਾਈ ਵੀਰ ਸਿੰਘ ਨੂੰ ਨਿੱਕੀ ਕਵਿਤਾ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਮੇਰੇ ਸਾਈਆਂ ਜੀਓ ਤੇ 1953 ਦੇ ਵਿੱਚ ਭਾਸ਼ਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਭਾਈ ਵੀਰ ਸਿੰਘ ਨੂੰ। ਇਹ ਭਾਸ਼ਾ ਸਾਹਿਤ ਅਕਾਦਮੀ ਜਿਹੜਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ ਭਾਈ ਵੀਰ ਸਿੰਘ ਨੂੰ, ਉਹਦੀ ਸ਼ੁਰੂਆਤ ਹੀ ਭਾਈ ਵੀਰ ਸਿੰਘ ਤੋਂ ਹੁੰਦੀ ਹੈ। ਉਸ ਤੋਂ ਬਾਅਦ ਇਹ ਪੁਰਸਕਾਰ ਮਿਲਣੇ ਸ਼ੁਰੂ ਹੋਏ ਸੀ। ਪਹਿਲਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਭਾਈ ਵੀਰ ਸਿੰਘ ਨੂੰ। ਪਦਮ ਭੂਸ਼ਣ ਦੀ ਉਪਾਧੀ ਕਦੋਂ ਦਿੱਤੀ ਗਈ ਸੀ? 1956 ਦੇ ਵਿੱਚ, 3 ਸਾਲ ਬਾਅਦ। ਪੰਜਾਬ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਦੇ ਕੇ ਇਹਨਾਂ ਨੂੰ ਸਨਮਾਨਿਆ ਗਿਆ ਸੀ। ਤੇ ਅਭਿਨੰਦਨ ਗ੍ਰੰਥ ਸੀ ਜਿਹੜਾ ਉਹ ਬੰਬਈ ਦੇ ਵਿੱਚ ਹੋਇਆ ਸੀ ਸਿੱਖ ਨੈਸ਼ਨਲ ਕਾਨਫਰੰਸ ਦੇ ਵਿੱਚ, ਜਿਸ ਦੇ ਵਿੱਚ ਕਿ ਭਾਈ ਵੀਰ ਸਿੰਘ ਸ਼ਾਮਲ ਹੋਏ ਸਨ। ਇਹ ਗ੍ਰੰਥ ਦਾ ਨਾਮ ਵੀ ਪੁੱਛਿਆ ਜਾ ਸਕਦਾ। ਕਿਹੜਾ ਸ਼ਹਿਰ ਸੀ? ਬੰਬਈ। ਤੇ ਕਿਹੜੀ ਕਾਨਫਰੰਸ ਸੀ? ਕਿ ਸਿੱਖ ਨੈਸ਼ਨਲ ਕਾਨਫਰੰਸ ਦੇ ਵਿੱਚ ਭਾਈ ਵੀਰ ਸਿੰਘ ਜੀ ਸ਼ਾਮਲ ਹੋਏ ਸਨ।
ਹਾਂਜੀ, ਇਹ ਸੀ ਭਾਈ ਵੀਰ ਸਿੰਘ ਨਾਲ ਸੰਬੰਧਿਤ ਪ੍ਰਸ਼ਨ। ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਬੈਲ ਆਈਕਨ ਬਟਨ ਦਬਾ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਮੇਂ ਸਿਰ ਮਿਲਦੇ ਰਹਿਣ। ਇਸ ਚੈਨਲ 'ਤੇ ਮਾਸਟਰ ਕੇਡਰ ਪੰਜਾਬੀ, UGC ਨੈੱਟ ਪੰਜਾਬੀ, ਮਾਸਟਰ ਕੇਡਰ SST ਅਤੇ UGC ਨੈੱਟ ਪੋਲ ਸਾਇੰਸ ਦੀ ਤਿਆਰੀ ਕਰਵਾਈ ਜਾਂਦੀ ਹੈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਸਾਡੇ ਨਾਲ ਜੁੜ ਸਕਦੇ ਹੋ। ਧੰਨਵਾਦ।